ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਇਸ ਬੁਲੇਟਿਨ ਦਾ ਆਗਾਜ਼ ਅਸੀਂ ਕਰਨ ਜਾ ਰਹੇ ਹਾਂ ਇੱਕ ਵੱਡੀ ਖਬਰ ਜੋ ਪੰਜਾਬ ਦੇ ਲਈ ਚੰਗਾ ਸੰਕੇਤ ਤਾਂ ਨਹੀਂ ਹੈ, ਖਾਸ ਤੌਰ ਤੇ ਟ੍ਰੇਨਾਂ ਦੀ ਆਵਾਜਾਈ ਨੂੰ ਲੈ ਕੇ। ਮੁਲਾਕਾਤ ਅਤੇ ਦਾਅਵਿਆਂ ਦੇ ਵਿਚਾਲੇ ਪੰਜਾਬ ਦੇ ਲਈ ਇਸ ਸਮੇਂ ਦੀ ਖਬਰ ਇਹ ਹੈ ਕਿ 12 ਤਰੀਕ ਤੱਕ ਆਉਂਦੀ 12 ਤਰੀਕ ਤੱਕ ਪੰਜਾਬ ਦੇ ਵਿੱਚ ਟ੍ਰੇਨਾਂ ਦੇ ਉੱਤੇ ਬ੍ਰੇਕ ਲੱਗੀ ਰਹੇਗੀ, ਮਾਲ ਗੱਡੀਆਂ ਨਹੀਂ ਚੱਲਣਗੀਆਂ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਰੇਲਵੇ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ। ਹਾਲਾਂਕਿ ਉਮੀਦ ਜਤਾਈ ਜਾ ਰਹੀ ਸੀ ਕਿ ਜਿਸ ਤਰੀਕੇ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਕਾਂਗਰਸ ਦੇ ਐਮਪੀਜ਼ ਨੇ ਮੁਲਾਕਾਤ ਕੀਤੀ ਹੈ, ਰੇਲ ਮੰਤਰੀ ਨਾਲ ਲਗਾਤਾਰ ਮੁਲਾਕਾਤਾਂ ਹੋਈਆਂ ਨੇ, ਰੇਲਵੇ ਦੇ ਵੱਲੋਂ ਵੀ ਬੜਾ ਸਕਾਰਾਤਮਕ ਰਵੱਈਆ ਦਿਖਾਇਆ ਗਿਆ। ਹਾਲਾਂਕਿ ਰੇਲਵੇ ਨੇ ਜ਼ਰੂਰ ਕਿਹਾ ਕਿ ਜਦੋਂ ਤੱਕ ਪੰਜਾਬ ਦੇ ਵਿੱਚ ਟੋਟਲ ਕਲੀਅਰੈਂਸ ਟਰੈਕਸ ਦੇ ਉੱਤੇ ਨਹੀਂ ਮਿਲਦੀ ਉਸ ਵੇਲੇ ਤੱਕ ਅਸੀਂ ਟ੍ਰੇਨਾਂ ਨਹੀਂ ਚਲਾਵਾਂਗੇ। ਪਰ ਇਸ ਵਿਚਾਲੇ ਬੁਰੀ ਖਬਰ ਅਸੀਂ ਇਸ ਕਰਕੇ ਵੀ ਕਹਿ ਰਹੇ ਹਾਂ ਕਿਉਂਕਿ ਉਮੀਦਾਂ ਪੰਜਾਬ ਵਾਸੀਆਂ ਨੂੰ ਬਹੁਤ ਸੀ ਕਿ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਮੰਥਨ ਚੱਲ ਰਹੇ ਨੇ, ਮੁਲਾਕਾਤਾਂ ਚੱਲ ਰਹੀਆਂ ਨੇ, ਐਕਸ਼ਨ ਦੇ ਵਿੱਚ ਸਰਕਾਰਾਂ ਨਜ਼ਰ ਆ ਰਹੀਆਂ ਨੇ, ਸਿਆਸੀ ਆਗੂ ਨਜ਼ਰ ਆ ਰਹੇ ਨੇ ਤੇ ਉਮੀਦ ਹੈ ਕਿ ਜਲਦੀ ਟ੍ਰੇਨਾਂ ਦੌੜਦੀਆਂ ਹੋਈਆਂ ਨਜ਼ਰ ਆਉਣਗੀਆਂ। ਟ੍ਰੇਨਾਂ ਨਾ ਚੱਲਣ ਦੀ ਵਜ੍ਹਾ ਨਾਲ ਦਿੱਕਤ ਤਾਂ ਹੈ, ਕੋਲਾ ਮੁੱਕਿਆ ਹੋਇਆ ਪੰਜਾਬ ਦੇ ਕੋਲ ਤੇ ਹੁਣ ਬਿਜਲੀ ਦੇ ਕੱਟ ਤਾਂ ਲੱਗ ਰਹੇ ਨੇ। ਪਰ ਇਸ ਸਭ ਦੇ ਵਿਚਾਲੇ ਹੁਣ ਖਬਰ ਇਹੀ ਹੈ ਕਿ 12 ਤਰੀਕ ਤੱਕ ਮਾਲ ਗੱਡੀਆਂ ਦੇ ਉੱਤੇ ਬ੍ਰੇਕ ਲੱਗ ਚੁੱਕੀ ਹੈ। 12 ਤਰੀਕ ਦਾ ਮਤਲਬ ਸਿੱਧਾ ਜਿਹਾ ਇਹੀ ਹੈ ਕਿ ਆਉਣ ਵਾਲੇ 5 ਦਿਨ ਹੋਰ ਪੰਜਾਬ ਦੇ ਵਿੱਚ ਨਹੀਂ ਚੱਲਣਗੇ। 8 ਤਰੀਕ 9 ਤਰੀਕ 10 ਤਰੀਕ 11 ਤੇ 12 ਇਹ 5 ਦਿਨ ਹੋਰ ਸਿੱਧਾ ਸਾਫ਼ ਕਰ ਦਿੱਤਾ ਗਿਆ ਰੇਲਵੇ ਦੇ ਵੱਲੋਂ ਕਿ ਟ੍ਰੇਨਾਂ ਅਸੀਂ ਨਹੀਂ ਚਲਾਵਾਂਗੇ। ਉਸ ਤੋਂ ਬਾਅਦ ਅੱਗੇ ਕੀ ਫੈਸਲਾ ਹੋਏਗਾ 12 ਤਰੀਕ ਤੱਕ ਗੱਲ ਕਰਕੇ ਇਸ ਦਾ ਮਤਲਬ ਇਹ ਵੀ ਨਹੀਂ ਕੱਢਿਆ ਜਾ ਸਕਦਾ ਕਿ 13 ਤੋਂ ਟ੍ਰੇਨਾਂ ਚੱਲਣਗੀਆਂ, ਕਿਉਂਕਿ ਫਿਲਹਾਲ ਕਿਹਾ ਗਿਆ ਕਿ ਅਸੀਂ 12 ਤੱਕ ਟ੍ਰੇਨਾਂ ਨਹੀਂ ਚਲਾ ਰਹੇ। 13 ਨੂੰ ਟ੍ਰੇਨ ਚੱਲੇਗੀ ਨਹੀਂ ਚੱਲੇਗੀ ਉਸ ਦਾ ਵੀ ਅਜੇ ਪਿਕਚਰ ਕਲੀਅਰ ਨਹੀਂ ਹੈ। ਪੰਕਜ ਕਪਾਹੀ ਸਾਡੇ ਨਾਲ ਜੁੜ ਰਹੇ ਨੇ। ਪੰਕਜ, ਕੀ ਕੁਝ ਤੁਹਾਡੇ ਕੋਲ ਜਾਣਕਾਰੀ? ਇਹ ਮੁਲਾਕਾਤਾਂ ਤਾਂ ਬਹੁਤ ਹੋ ਰਹੀਆਂ ਸੀ ਪਰ ਇਸ ਵਿਚਾਲੇ ਬਿਆਨ ਆ ਗਿਆ ਕਿ 5 ਦਿਨ ਹੋਰ ਤੁਸੀਂ ਬਿਨਾਂ ਟ੍ਰੇਨਾਂ ਤੋਂ ਰਹੋ। ਗੌਰਵ, ਅੱਜ ਜਦੋਂ ਹੋਮ ਮਿਨਿਸਟਰ ਅਮਿਤ ਸ਼ਾਹ ਦੇ ਨਾਲ ਪੰਜਾਬ ਕਾਂਗਰਸ ਮੈਂਬਰ ਪਾਰਲੀਮੈਂਟ ਦੀ ਮੀਟਿੰਗ ਹੋਈ ਤਾਂ ਮੀਟਿੰਗ ਤੋਂ ਬਾਅਦ ਜੋ ਐਟੀਟਿਊਡ ਮੈਂਬਰ ਪਾਰਲੀਮੈਂਟ ਦਾ ਸੀਗਾ ਉਹਨਾਂ ਨੂੰ ਉਮੀਦ ਸੀਗੀ ਕਿ ਅਗਲੇ 1 ਜਾਂ 2 ਦਿਨ ਤੋਂ ਟ੍ਰੇਨਾਂ ਜਿਹੜੀਆਂ ਨੇ ਉਹ ਚੱਲ ਜਾਣਗੀਆਂ। ਇੱਕ ਵਾਰ ਫਿਰ ਉਮੀਦ ਜਿਹੜੀ ਹੈ ਉਹ ਟੁੱਟਦੀ ਹੋਈ ਨਜ਼ਰ ਆਈ ਹੈ ਕਿਉਂਕਿ ਰੇਲਵੇ ਵੱਲੋਂ ਇਹ ਜਾਣਕਾਰੀ ਪੰਜਾਬ ਸਰਕਾਰ ਨੂੰ ਦਿੱਤੀ ਗਈ ਕਿ 12 ਤਰੀਕ ਤੱਕ ਜਿਹੜੀਆਂ ਟ੍ਰੇਨਾਂ ਨੇ ਉਹ ਨਹੀਂ ਚੱਲਣਗੀਆਂ ਕਿਉਂਕਿ ਅਜੇ ਤੱਕ ਪੰਜਾਬ ਸਰਕਾਰ ਨੇ ਆਪਣਾ ਰੁਖ ਸਾਫ਼ ਨਹੀਂ ਕੀਤਾ। ਪੰਜਾਬ ਸਰਕਾਰ ਨੇ ਇੰਸ਼ੋਰੈਂਸ ਜ਼ਰੂਰ ਦਿੱਤੀ ਸੀਗੀ ਕਿ ਟ੍ਰੇਨਾਂ ਜਿਹੜੀਆਂ ਨੇ ਉਹ ਚੱਲ ਸਕਣਗੀਆਂ ਲੇਕਿਨ ਸਿਰਫ ਮਾਲ ਟ੍ਰੇਨਾਂ, ਔਰ ਇਸੇ ਵਜ੍ਹਾ ਕਰਕੇ ਹੁਣ ਰੇਲਵੇ ਨਾਲ ਜੋ ਪਹਿਲਾਂ ਇੱਕ ਚਿੱਠੀ ਜਾਰੀ ਕੀਤੀ ਗਈ ਸੀ ਕਿ 7 ਨਵੰਬਰ ਤੱਕ ਟ੍ਰੇਨਾਂ ਜਿਹੜੀਆਂ ਨੇ ਉਹ ਪੰਜਾਬ 'ਚ ਨਹੀਂ ਚੱਲਣਗੀਆਂ ਤਾਂ ਹੁਣ ਇੱਕ ਨਵੀਂ ਚਿੱਠੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ। ਉਸ ਦੇ ਵਿੱਚ ਇਹ ਜਾਣਕਾਰੀ ਮਿਲੀ ਹੈ ਕਿ 12 ਨਵੰਬਰ ਤੱਕ ਟ੍ਰੇਨਾਂ ਜਿਹੜੀਆਂ ਨੇ ਉਹ ਨਹੀਂ ਚੱਲਣਗੀਆਂ, ਯਾਨੀ ਕਿ 12 ਤਰੀਕ ਤੱਕ ਪੰਜਾਬ ਦੇ ਵਿੱਚ ਨਾ ਤਾਂ ਮਾਲ ਗੱਡੀਆਂ ਚੱਲ ਸਕਣਗੀਆਂ ਔਰ ਨਾ ਹੀ ਜਿਹੜੀਆਂ ਪੈਸੇਂਜਰ ਟ੍ਰੇਨਾਂ ਜਿਹੜੀਆਂ ਨੇ ਉਹ ਚੱਲ ਸਕਣਗੀਆਂ। ਗੌਰਵ, ਠੀਕ ਹੈ ਪੰਕਜ, 12 ਤੱਕ ਟ੍ਰੇਨਾਂ ਨਹੀਂ ਚੱਲਣਗੀਆਂ ਜੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਇਸ ਦਾ ਮਤਲਬ ਇਹ ਕੱਢਿਆ ਜਾਵੇ ਕਿ 13 ਤੋਂ ਚੱਲ ਪੈਣਗੀਆਂ ਜਾਂ ਫਿਰ ਉਹ ਫੈਸਲਾ ਜੇ ਨਹੀਂ ਲਿਆ ਗਿਆ ਕਿਉਂਕਿ ਦੀਵਾਲੀ 14 ਤਰੀਕ ਦੀ ਉਮੀਦ ਕਰੀਏ ਕਿ ਦੀਵਾਲੀ ਤੇ ਪੰਜਾਬ ਦੇ ਵਿੱਚ ਟ੍ਰੇਨਾਂ ਦੌੜਦੀਆਂ ਨਜ਼ਰ ਆਉਣਗੀਆਂ। ਸਿਚੁਏਸ਼ਨ ਤੇ ਡਿਪੈਂਡ ਕਰਦਾ ਹੈ ਕਿ ਕਿਹੋ ਜਿਹੇ ਹਾਲਾਤ ਜਿਹੜੇ ਨੇ ਉਹ 12 ਤਰੀਕ ਤੋਂ ਬਾਅਦ ਬਣਦੇ ਨੇ ਕਿ ਕਿਸਾਨ ਰੇਲਵੇ ਦੇ ਸਾਰੇ ਟਰੈਕਾਂ ਤੋਂ ਉੱਠ ਕੇ ਇਹ ਭਰੋਸਾ ਦੇਣਗੇ ਕਿ ਬਕਾਇਦਾ ਤੌਰ ਤੇ ਚਾਹੇ ਮਾਲ ਗੱਡੀਆਂ ਹੋਣ ਚਾਹੇ ਪੈਸੇਂਜਰ ਹੋਣ ਉਹ ਚੱਲ ਪੈਣ। ਉਸ ਤੋਂ ਬਾਅਦ ਹੀ ਰੇਲਵੇ ਜਿਹੜਾ ਉਹ ਫੈਸਲਾ ਕਰੇਗਾ ਕਿ 13 ਤਰੀਕ ਤੋਂ ਟ੍ਰੇਨਾਂ ਚੱਲਣੀਆਂ ਨੇ ਜਾਂ ਨਹੀਂ ਚੱਲਣੀਆਂ ਕਿਉਂਕਿ ਅਜੇ ਤੱਕ ਰੇਲਵੇ ਨੇ ਜੋ ਵੀ ਪੰਜਾਬ ਸਰਕਾਰ ਤੋਂ ਸੁਨੇਹਾ ਮਿਲਿਆ ਉਹਨਾਂ ਵਿੱਚ ਇਹ ਸੀਗਾ ਕਿ ਮਾਲ ਗੱਡੀਆਂ ਚੱਲ ਸਕਦੀਆਂ ਲੇਕਿਨ ਪੈਸੇਂਜਰ ਟ੍ਰੇਨਾਂ ਨੂੰ ਲੈ ਕੇ ਕਿਸਾਨ ਅਜੇ ਰਾਜ਼ੀ ਨਹੀਂ ਨੇ। ਤਾਂ ਰੇਲਵੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਾਫੀ ਨਾਰਾਜ਼ ਜਿਹੜੇ ਨੇ CEO ਨਜ਼ਰ ਆ ਰਹੇ ਸੀ ਔਰ ਉਹਨਾਂ ਨੇ ਸਾਫ਼ ਤੌਰ ਕਿਹਾ ਸੀਗਾ ਕਿ ਅਸੀਂ ਉਦੋਂ ਤੱਕ ਕੋਈ ਵੀ ਰਿਸਕ ਨਹੀਂ ਲੈਣਾ ਚਾਹਾਂਗੇ ਜਦੋਂ ਤੱਕ ਪੂਰੀ ਤਰੀਕੇ ਦੇ ਨਾਲ ਕਲੀਅਰੈਂਸ ਨਹੀਂ ਮਿਲਦੀ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਲਗਾਤਾਰ ਨਜ਼ਰ ਬਣਾ ਕੇ ਰੱਖੀ ਹੋਈ ਹੈ ਕਿਹੋ ਜਿਹੇ ਹਾਲਾਤ ਨੇ, ਲਗਾਤਾਰ ਰੇਲਵੇ ਸਟੇਸ਼ਨ ਮਾਸਟਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਔਰ ਜਿੱਥੇ ਜਿੱਥੇ 22 ਥਾਵਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਰੇਲਵੇ ਸਟੇਸ਼ਨ ਦੇ ਉੱਤੇ ਜਾਂ ਫਿਰ ਪੱਟੀਆਂ ਦੇ ਉੱਤੇ ਕਿਸਾਨ ਜਿਹੜੇ ਬੈਠੇ ਨੇ ਉਹ ਇਹ ਕਹਿ ਰਹੇ ਨੇ ਕਿ ਮਾਲ ਗੱਡੀਆਂ ਚਲਾ ਲਓ ਲੇਕਿਨ ਪੈਸੇਂਜਰ ਟ੍ਰੇਨ ਨਹੀਂ ਚੱਲਣ ਦੇਵਾਂਗੇ। ਇਸੇ ਵਜ੍ਹਾ ਕਰਕੇ ਰੇਲਵੇ ਨੇ ਇਹ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਜਦੋਂ ਤੱਕ ਪੂਰੀ ਕਲੀਅਰੈਂਸ ਪੂਰੀ ਤਰੀਕੇ ਦੇ ਨਾਲ ਨਹੀਂ ਮਿਲਦੀ ਚਾਹੇ ਮਾਲ ਗੱਡੀਆਂ ਹੋਣ ਚਾਹੇ ਪੈਸੇਂਜਰ ਹੋਣ ਉਦੋਂ ਤੱਕ ਅਸੀਂ ਟ੍ਰੇਨਾਂ ਨਹੀਂ ਚਲਾਵਾਂਗੇ। ਤਾਂ 10 ਤਰੀਕ ਤੋਂ ਬਾਅਦ ਤਸਵੀਰ ਪੰਜਾਬ 'ਚ ਕਿਹੋ ਜਿਹੀ ਹੋਏਗੀ ਕਿ ਕਿਸਾਨ ਭਰੋਸਾ ਦੇਣਗੇ ਉਹ ਉਸ ਤੋਂ ਬਾਅਦ ਹੀ ਤਸਵੀਰ ਜਿਹੜੀ ਹੈ 13 ਤਰੀਕ ਦੀ ਹੋਏਗੀ ਕਿ 13 ਨੂੰ ਟ੍ਰੇਨ ਚੱਲੇਗੀ 14 ਨੂੰ ਟ੍ਰੇਨ ਚੱਲੇਗੀ ਜਾਂ ਨਹੀਂ ਚੱਲੇਗੀ। ਗੌਰਵ, ਪੰਕਜ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ 12 ਨਵੰਬਰ ਤੱਕ ਪੰਜਾਬ ਦੇ ਵਿੱਚ ਰੇਲ ਗੱਡੀਆਂ ਤੁਹਾਨੂੰ ਨਜ਼ਰ ਨਹੀਂ ਆਉਣਗੀਆਂ ਟਰੈਕ ਦੇ ਉੱਤੇ। 12 ਤਰੀਕ ਦਾ ਮਤਲਬ ਵੀਰਵਾਰ ਦਾ ਦਿਨ, ਸ਼ੁੱਕਰਵਾਰ ਤੇ ਫਿਰ ਸ਼ਨੀਵਾਰ ਦੀ ਦੀਵਾਲੀ ਹੈ ਤਾਂ ਉਸ ਤੋਂ ਬਾਅਦ ਹੀ ਹੁਣ ਲੱਗ ਰਿਹਾ ਕਿ ਅੱਗੇ ਦੀ ਗੱਲ ਹੋਏਗੀ।
ਹਾਲਾਂਕਿ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਜੇਕਰ ਹੁਣ ਵੀ ਚੱਲ ਜਾਣ, ਐਤਵਾਰ ਸੋਮਵਾਰ ਤੋਂ ਵੀ ਚੱਲ ਜਾਣ, ਤਾਂ ਦੀਵਾਲੀ ਤੱਕ ਥੋੜਾ ਜਿਹਾ ਕਿਤੇ ਨਾ ਕਿਤੇ ਜ਼ਰੂਰ ਜਿਹੜੇ ਪੰਜਾਬ ਦੇ ਵਪਾਰੀ ਨੇ ਉਹਨਾਂ ਨੂੰ ਕੋਈ ਫਾਇਦਾ ਪਹੁੰਚ ਜਾਏਗਾ। ਪਰ 12 ਤਰੀਕ ਤੱਕ ਟ੍ਰੇਨਾਂ ਨਹੀਂ ਚੱਲਣਗੀਆਂ, ਸਿੱਧਾ ਜਿਹਾ ਮਤਲਬ ਹੈ ਕਿ ਇਸ ਦਾ ਦੀਵਾਲੀ ਦੇ ਉੱਤੇ ਤਾਂ ਸਿੱਧਾ ਅਸਰ ਹੋਏਗਾ ਹੀ। ਦੂਜੇ ਪਾਸੇ ਇਹ ਵੀ ਬਹੁਤ ਕਲੀਅਰ ਕੀਤਾ ਜਾ ਰਿਹਾ ਕਿ 12 ਤਰੀਕ ਤੱਕ ਟ੍ਰੇਨਾਂ ਰੋਕੀਆਂ ਗਈਆਂ ਨੇ ਤੇ ਇਹਨਾਂ ਨੂੰ ਕੀ ਸਿਚੁਏਸ਼ਨ ਹੋਏਗੀ, ਕੀ ਸਥਿਤੀ ਹੋਏਗੀ, ਉਸ ਦੇ ਉੱਤੇ ਫੈਸਲਾ 13 ਤਰੀਕ ਨੂੰ ਹੀ ਲਿਆ ਜਾਵੇਗਾ। सर जो आपने बात उसी जी बिल्कुल, मैंने अभी बताया कि भारतीय रेल जो ट्रेन चलाती है वो ट्रैक की क्षमता के हिसाब से चलाती है और ये संभव नहीं है कि भारतीय रेल को कोई बताए, चाहे वो राज्य सरकार हो और चाहे वो कोई भी हो, कि ये बताए कि आप इस ट्रैक पे खाली पैसेंजर चलाइए और इस ट्रैक पे खाली गुड्स चलाइए। ऐसे तो जो भारतीय रेल की व्यवस्था है वही खराब हो जाएगी। फिर तो हमको भारत वर्ष के कोने कोने से लोग बताने लगेंगे कि आप इस ट्रेन पे खाली पैसेंजर चलाइए, इस पे खाली गुड्स मत चलाइए, इस पे खाली गुड्स चलाइए, इस पे पैसेंजर मत चलाइए। तो ये जो भारतीय रेल की व्यवस्था है वो व्यवस्था ऐसे नहीं चल सकती है। हमें तो अगर ट्रैक क्लियर है, अगर सिक्योरिटी क्लियरेंस है, तो भारतीय रेल अपने हिसाब से ट्रेन चलाएगी। रेलवे ट्रेन का ऑपरेशन करना चाहती है, तुरंत करना चाहती है। पैसेंजर ट्रेन हो, गुड्स ट्रेन हो, डिपार्टमेंटल मेंटेनेंस ट्रेन हो, सब ट्रेनों का ऑपरेशन करना चाहती है। हमें केवल और केवल ये राज्य सरकार के साथ मिलके ये एक व्यवस्था करनी होगी कि हमारा पूरा ट्रैक, पूरा रेलवे स्टेशन क्लियर है और उस ट्रैक और उस रेलवे स्टेशन पे एक बार ट्रेन ऑपरेशन शुरू होने के बाद कोई भी अनाधिकृत व्यक्ति उस ट्रैक पे या स्टेशन पे नहीं आएगा जिससे कि कोई दुर्घटना की स्थिति बने। आप ये बताएं मुझे कि 22 स्टेशन के बाहर लोग बैठ के और स्टेशन मास्टर के ऊपर ये दबाव बनाए हुए हैं कि आप इस तरह की ट्रेन चलाएंगे, इस तरह की ट्रेन चलाएं, नहीं चलाएंगे, इस तरह की ट्रेन चलाएंगे तो हम ट्रैक पे आ जाएंगे। ट्रैक के किनारे लोग बैठे हुए हैं और राज्य सरकार अगर ये भरोसा भी नहीं दे रही है कि हाँ आप गुड्स ट्रेन, पैसेंजर ट्रेन चलाएंगे तो हम इस पे सुरक्षा की व्यवस्था करेंगे। अगर राज्य सरकार की तरफ से भी ये संदेश आ रहा है कि हाँ जो लोग कह रहे हैं आप उन्हीं की बात मानिए और केवल गुड्स ट्रेन चलाइए, हम किसको किसको बताते जाएंगे कि ये कौन सी ट्रेन आ रही है। हमारी डिपार्टमेंटल मेंटेनेंस ट्रेन आएगी, उसको लोग पैसेंजर ट्रेन समझ के उसके आगे आ जाएंगे। यही बात हुआ 22 से 24 के बीच में। तो हम इस तरह का कोई प्रयोग नहीं करना चाहते हैं दोबारा से, एक बार अब कर चुके हैं, जिसमें कि कोई संरक्षा की। ਤਾਂ ਰੇਲਵੇ ਦੇ ਵੱਲੋਂ ਇਸ ਸਮੇਂ ਕੀ ਕਿਹਾ ਜਾ ਰਿਹਾ? ਰੇਲਵੇ ਕਹਿ ਰਿਹਾ ਕਿ ਜਦੋਂ ਤੱਕ ਟੋਟਲ ਕਲੀਅਰੈਂਸ ਨਹੀਂ ਮਿਲਦੀ, यानी कि पैसेंजर गड्डी जावे चाहे जावे माल गड्डी, रोकिया नहीं जाएगा। ਜਦੋਂ तक ਅਜਿਹੀ ਛੋਟੀ नहीं मिलती, गारंटी नहीं मिलती, उस वेले तक ट्रेनां नहीं चलावांगे। हुण अगे वधदे हां ते गल इस समय पूरे देश की जिस दे उत्ते नज़र है उसकी बिहार चोणां दे उत्ते 10 तरीक नूं नतीजे आउणे ने ते उस तो पहलां एग्जिट पोल सामने आ चुके हैं। जी हाँ, बिहार दे विच चोणां दी प्रक्रिया, वोटिंग की प्रक्रिया पूरी हो चुकी है ते हुण नतीजों का इंतजार है। ते इस विचाले ਜਿਹੜੇ एग्जिट पोल के नतीजे सामने जरूर आ चुके हैं। बिहार दे विच एनडीए की मौजूदा समय सरकार है ते एनडीए की विदाई के संकेत एग्जिट पोल च मिलते नजर आ रहे हैं। टूडेज चाणक्य का एग्जिट पोल जो आया उस दे विच संकेत ने कि विदाई तय। एग्जिट पोल दे विच महागठजोड़ नूं बंपर बहुमत मिलिया। महागठजोड़ नूं 180 सीटां मिलण दा अनुमान है। 55 सीटां दे उत्ते सिमट सकदी है बीजेपी जेडीयू, यानी कि नीतीश कुमार ते नरेंद्र मोदी की जोड़ी। दूजे पासे तेजस्वी यादव कि अगले मुख्यमंत्री होंगे। एग्जिट पोल कुछ अजिहा इशारा कर रहे हैं, हालांकि वो साफ होएगा 10 तरीक नूं कि आखिर किहो जी स्थिति बनती है। पर जेडीयू ते बीजेपी दा जिहड़ा गठजोड़ सी वो पछड़दा होया जरूर नजर आ रहा है। एग्जिट पोल के नतीजे की कहते हैं वो तुहानूं दसदे हां। मां एग्जिट पोल बिहार के नतीजे जिहड़े बिहार का एग्जिट पोल है टूडेज चाणक्य दा, उस दे विच बीजेपी जेडीयू नूं 55 सीटां ते आरजेडी कांग्रेस नूं 180 सीटां, यानी कि बहुत जबरदस्त परफॉर्मेंस। जे टूडेज चाणक्य दे एग्जिट पोल सही साबित होंदे ने तां आरजेडी कांग्रेस बिल्कुल क्लीयर कट मेजॉरिटी दे नाल बिहार दे विच सरकार बनाउण जा रही है। हालांकि एलजेपी का जिक्र हो रहा सी तो उसकी भी कोई खास भूमिका नजर नहीं आ रही, क्योंकि अदर्स दे विच सिर्फ 8 सीटां ही टूडेज चाणक्य पोल दे विच नजर आ रही ने। 10 तरीक का इंतजार हुण सारिआं नूं है। 10 तरीक नूं जदों खुलणगीਆਂ ईवीएम्स ਤੇ ਉਸ ਦੇ ਵਿੱਚ साफ होएगा कि किस दी सरकार बनती है, बिहार दे विच कौन जित हासिल करता है
ਤੇ ਕੌਣ ਅਗਲਾ ਮੁੱਖ ਮੰਤਰੀ ਬਿਹਾਰ ਦਾ ਬਣਦਾ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਸਕੂਲਾਂ ਦੀ। ਸਕੂਲ ਪੰਜਾਬ ਦੇ ਵਿੱਚ ਬੰਦ ਰਹਿਣਗੇ। ਜੀ ਹਾਂ, ਵੱਡੀ ਖਬਰ ਹੈ ਇਸ ਸਮੇਂ ਪੰਜਾਬ ਦੇ ਲੋਕਾਂ ਦੇ ਲਈ, ਕਿਉਂਕਿ ਸਕੂਲ ਖੋਲ੍ਹਣ ਨੂੰ ਲੈ ਕੇ ਲਗਾਤਾਰ ਚਰਚਾਵਾਂ ਸੀ ਕਿ ਕਦੋਂ ਸਕੂਲ ਖੁੱਲਣਗੇ, ਪਰ ਹੁਣ ਇਹ ਸਾਫ਼ ਕਰ ਦਿੱਤਾ ਗਿਆ ਕਿ ਸਕੂਲ ਪੰਜਾਬ ਦੇ ਵਿੱਚ ਫਿਲਹਾਲ ਨਹੀਂ ਖੁੱਲਣਗੇ। ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੇ ਵੱਲੋਂ ਵਿਜੇਂਦਰ ਸਿੰਗਲਾ ਨੇ ਸਪਸ਼ਟ ਕੀਤਾ ਹੈ ਕਿ ਸਕੂਲ ਖੁੱਲਣ ਦੀ ਕੋਈ ਸੰਭਾਵਨਾ ਨਹੀਂ ਹੈ। ਸਿੰਗਲਾ ਕਰੋਨਾ ਇਹ ਵੀ ਕਹਿੰਦੇ ਨਜ਼ਰ ਆਏ ਵਿਜੇਂਦਰ ਸਿੰਗਲਾ ਕਿ ਕਰੋਨਾ ਜੇ ਖਤਮ ਨਹੀਂ ਹੋਇਆ, ਕਰੋਨਾ ਕਿਸ ਤਰੀਕੇ ਨਾਲ ਰਿਐਕਟ ਕਰ ਰਿਹਾ ਉਸ ਤਰੀਕੇ ਨਾਲ ਡਿਸੀਜਨ ਲੈਣੇ ਪੈ ਰਹੇ ਨੇ। ਆਨਲਾਈਨ ਪੜ੍ਹਾਈ ਨੂੰ ਹੀ ਸਾਨੂੰ ਤਰਜੀਹ ਦੇਣੀ ਹੋਵੇਗੀ, ਹੁਣ ਵੀ ਤਰਜੀਹ ਦਿੱਤੀ ਜਾ ਰਹੀ ਹੈ। 9ਵੀਂ ਤੋਂ 12ਵੀਂ ਤੱਕ ਦੇ ਸਕੂਲ ਖੁੱਲੇ ਨੇ, ਪਰ ਬੱਚੇ ਬਹੁਤ ਘੱਟ ਸਕੂਲ ਦੇ ਵਿੱਚ ਪਹੁੰਚ ਰਹੇ ਨੇ, ਕਿਉਂਕਿ ਬੱਚਿਆਂ ਦੇ ਮਾਪਿਆਂ ਦੇ ਵੱਲੋਂ ਜਿਹੜਾ ਕੰਸੈਂਟ ਹੈ, ਜੋ ਇਜਾਜ਼ਤ ਹੈ, ਉਹ ਨਹੀਂ ਦਿੱਤੀ ਜਾ ਰਹੀ। ਲੋਕ ਅਜੇ ਵੀ ਇਹੀ ਚਾਹ ਰਹੇ ਨੇ ਕਿ ਉਹਨਾਂ ਦੇ ਬੱਚੇ ਸੇਫ ਰਹਿਣ, ਕਰੋਨਾ ਦੀ ਲਪੇਟ ਦੇ ਵਿੱਚ ਨਾ ਆਉਣ, ਇਸ ਕਰਕੇ ਉਹ ਸਕੂਲ ਨਹੀਂ ਭੇਜ ਰਹੇ। ਬੱਚਿਆਂ ਦੇ ਸਕੂਲ ਤਾਂ ਜ਼ਰੂਰ ਖੁੱਲੇ ਨੇ 9ਵੀਂ 10ਵੀਂ 12ਵੀਂ ਤੱਕ, 9ਵੀਂ 10ਵੀਂ 11ਵੀਂ 12ਵੀਂ ਇਹ ਚਾਰੇ ਕਲਾਸਾਂ ਤਾਂ ਲੱਗਣੀਆਂ ਸ਼ੁਰੂ ਹੋਈਆਂ ਨੇ। ਤੇ ਇਸ ਵਿਚਾਲੇ ਖਬਰ ਇਹ ਵੀ ਆ ਚੁੱਕੀ ਹੈ ਕਿ 16 ਤਰੀਕ ਤੋਂ ਕਾਲਜ ਅਤੇ ਯੂਨੀਵਰਸਿਟੀਆਂ ਖੁੱਲ ਰਹੀਆਂ ਨੇ। ਲੋਕ ਇਹ ਵੀ ਮੰਗ ਕਰ ਰਹੇ ਸੀ ਕਿ ਜੇ ਕਾਲਜ ਖੁੱਲ ਗਏ, ਯੂਨੀਵਰਸਿਟੀਆਂ ਖੁੱਲ ਗਈਆਂ ਤਾਂ ਫਿਰ ਸਕੂਲਾਂ ਨੂੰ ਵੀ ਖੋਲ੍ਹ ਦਿੱਤਾ ਜਾਵੇ, ਪਰ ਸਰਕਾਰ ਨੇ ਸਾਫ਼ ਕੀਤਾ ਹੈ ਕਿ ਅਜੇ ਸਕੂਲ ਨਹੀਂ ਖੋਲਾਂਗੇ। ਸੰਭਾਵਨਾ ਨਹੀਂ ਹੈ, ਬਿਕੋਜ਼ ਅਸੀਂ ट्रायल की सी 9वीं तो लैके 12वीं तक, बहुत सारे पेरेंट्स ने हाले अपनी कंसेंट नहीं दी, तो इस करके जो स्कूल खोले हैं तो वो वाले स्कूलों भी आने वाले बच्चों की गिनती बहुत घट है। तो साडा भी पहले दिन तो फोकस यही है कि जी ऑनलाइन एजुकेशन है वो साडा प्राइमरी मीडियम ऑफ एजुकेशन रहूगा या फोकस्ड मीडियम ऑफ एजुकेशन रहूगा। ये तो कुछ जो बच्चों को डाउट्स होंगे, जो बच्चों को लगता है कि साड़ियाँ करियर क्लासेस हैं, तो करियर क्लासेस करके असी सारे बच्चों को असी टीचर्स को फिजिकली पढ़ना चाहते हैं, असी उन्होंने अलाउ किया सी, क्योंकि ना इतने असी अटेंडेंस मैंडेटरी की है तो ना असी बच्चों के पेरेंट्स की कंसेंट तो बिना किसी को अलाउ किया, बिकॉज वी वॉन्ट टू फॉलो द कोविड गाइडलाइंस इशूड बाय द गवर्नमेंट ऑफ इंडिया एंड सबसीक्वेंटली इशूड बाय द स्टेट गवर्नमेंट। ਤਾਂ ਸਿੱਖਿਆ ਮੰਤਰੀ ਕਹਿ ਰਹੇ ਨੇ ਕਿ ਕਰੋਨਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਅਜੇ ਸਕੂਲ ਨਹੀਂ ਖੋਲਣ ਜਾ ਰਹੇ। 9ਵੀਂ 10ਵੀਂ 11ਵੀਂ 12ਵੀਂ ਨੂੰ ਲੈ ਕੇ ਜੋ ਡਿਸੀਜਨ ਲਿਆ ਗਿਆ ਹੈ, ਸਿਰਫ ਹੁਣ ਸਕੂਲਾਂ ਨੂੰ ਖੋਲਣ ਦਾ ਫੈਸਲਾ ਅਜੇ ਉੱਥੇ ਤੱਕ ਹੀ ਸੀਮਿਤ ਹੈ। ਪਰ ਇਸ ਸਭ ਦੇ ਵਿਚਾਲੇ ਆਨਲਾਈਨ ਪੜ੍ਹਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਕਰੋਨਾ ਕਾਲ ਦੇ ਵਿੱਚ ਆਨਲਾਈਨ ਪੜ੍ਹਾਈ ਨੂੰ ਹੱਲਾਸ਼ੇਰੀ ਦੇਣ ਦੇ ਲਈ ਪੰਜਾਬ ਸਰਕਾਰ ਨੇ ਸਮਾਰਟ ਸਕੂਲਾਂ ਦੀ ਵੀ ਸ਼ੁਰੂਆਤ ਕੀਤੀ ਹੈ। ਟੈਬਲੇਟ ਵੰਡਣ ਦੀ ਯੋਜਨਾ ਦਾ ਆਗਾਜ਼ ਕੀਤਾ ਗਿਆ। ਸੀਐਮ ਨੇ ਵਰਚੁਅਲ ਪ੍ਰੋਗਰਾਮ ਦੇ ਜ਼ਰੀਏ 1467 ਸਮਾਰਟ ਸਕੂਲਾਂ ਦੀ ਸ਼ੁਰੂਆਤ ਕੀਤੀ। ਸਕੂਲਾਂ ਦੇ ਲਈ ਮਿਸ਼ਨ 100% ਵੀ ਸ਼ੁਰੂ ਕੀਤਾ ਗਿਆ 100%। ਇਸ ਦਾ ਮਤਲਬ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ 100% ਨਤੀਜੇ ਆਣ। 50 ਬੱਚੇ ਐਗਜ਼ਾਮ 'ਚ ਬੈਠੇ, 50 ਦੇ 50 ਪਾਸ ਹੋਣ, 500 ਬੈਠਣ, 500 ਦੇ 500 ਪਾਸ ਹੋਣ ਤੇ 100% ਨਤੀਜੇ ਹਾਸਲ ਕਰਨ ਦੇ ਲਈ ਸਕੂਲਾਂ ਦੇ ਵਿੱਚ ਟੀਚਾ ਰੱਖਿਆ ਗਿਆ ਹੈ। ਟੈਬਲੇਟ ਵੰਡਣ ਦੀ ਯੋਜਨਾ ਦਾ ਆਗਾਜ਼ ਕੀਤਾ ਗਿਆ ਹੈ। 372 ਸਰਕਾਰੀ ਸਕੂਲਾਂ ਦੇ ਵਿੱਚ 2625 ਟੈਬਲੇਟ ਵੰਡਣ ਦੀ ਇਹ ਯੋਜਨਾ ਹੈ। उन्नी 1,107 अपने टोटल स्कूल ने स्टेट के विच, ਉਹਦੇ ਵਿੱਚੋਂ 6,832 ਸਮਾਰਟ ਸਕੂਲਸ ਨੇ ਜਿਹੜੇ ਚੱਲ ਰਹੇ ਨੇ। ਉਹਦੇ ਵਿੱਚ ਅਸੀਂ ਇਸ ਸਾਲ 1467 ਆਪਾਂ ਨਵੇਂ ਸਕੂਲ ਇੱਥੇ ਸਮਾਰਟ ਸਕੂਲ ਐਤੀ ਐਡ ਹੋ ਜਾਣਗੇ। ਉਹਦਾ ਮਤਲਬ ਇਹ ਹੋ ਜਾਏਗਾ ਤਕਰੀਬਨ 8 ਲੱਖ ਤੋਂ ਉੱਪਰ और अद्धा 50% तक पहुंच जाएंगे इस काम से। और बजट की प्रपोजल है कि 100 करोड़ और देना ताकि होर असी ऐड कर सके अगले साल। मैं चाहता कि अगले 2-3 साल 100% स्मार्ट स्कूल से अपना लेके रेगुलराइजेशन ऑफ टीचर है। ਇਹਦਾ ਵੀ 14,064 ਟੀਚਰਾਂ ਨੂੰ ਅਸੀਂ ਕੰਟਰੈਕਚੁਅਲ ਜੋ ਸੀ ਅਸੀਂ ਰੈਗੂਲਰ ਕੀਤੇ ਨੇ। ਇਹ ਮੇਰਾ ਖਿਆਲ ਥੋੜਾ ਮਹਿਕਮੇ ਨੇ ਤੁਹਾਨੂੰ ਦੱਸ ਦੇਣਾ। सेल्फ डिफेंस फॉर फीमेल फिजिकल एजुकेशन ये बड़ा जरूरी काम है। अजकल जमाना ही हो गया, जरा कुछ मैं देखना है। मैं नहीं सोचता सी कि हिंदुस्तान के इस किस्म की गल्लां कदे होणगियां। कोई दिन नहीं पास होंदा जिथे अखबारां दे विच इस घटनावां नहीं होंदियां। ये बड़ी अफसोस की गल है कि हिंदुस्तान ये साडा पंजाब जिथे इन्ना गूढ़ा साडा इतिहास है, आप इस काम से आ गए। सो जो तुहानूं टीचर नूं सिखा रहे हैं कराके प्लीज सीखो ताकि प्रोटेक्शन तुसीं अपनी भी और अपने बच्चों की और सारे कर सको। दूजी जी मैं कहना चाहता सी कि फोर्थ कम रिक्रूटमेंट की तुसीं अज कही है साडे मिनिस्टर साहब ने कि 83 93 आप कोर्स नवे किए हैं वो प्राइमरी स्कूलों वास्ते फिल करने। तुसीं
जल्दी इहनूं करो। ਤਾਂ ਸਮਾਰਟ ਸਕੂਲਸ ਦੇ ਉੱਤੇ ਹੁਣ ਜ਼ੋਰ ਦਿੰਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ। ਅੱਗੇ ਵਧਦੇ ਹਾਂ ਤੇ ਗੱਲ ਦੀਵਾਲੀ ਦੇ ਤਿਉਹਾਰ ਦੇ ਮੌਕੇ ਉੱਤੇ ਪਟਾਕਿਆਂ ਦੀ ਖੂਬ ਵਿਕਰੀ ਵੀ ਹੁੰਦੀ ਹੈ ਤੇ ਇਸ ਵਿਚਾਲੇ ਲੋਕ ਪਟਾਕਿਆਂ ਨੂੰ ਚਲਾਉਂਦੇ ਵੀ ਨੇ। ਪਰ ਦਿੱਲੀ, ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਪਟਾਕੇ ਬੈਨ ਨੇ, ਪਰ ਪੰਜਾਬ 'ਚ ਫਿਲਹਾਲ ਪਟਾਕਿਆਂ ਦੇ ਉੱਤੇ ਬੈਨ ਨਹੀਂ ਲੱਗੇਗਾ। ਐਨਜੀਟੀ ਦੇ ਵਿੱਚ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਖਲ ਕੀਤਾ ਹੈ। ਐਨਜੀਟੀ ਨੇ ਸਾਰੇ ਸੂਬਿਆਂ ਨੂੰ ਜਿਹੜੇ ਮੇਨ ਨਾਰਥ ਇੰਡੀਆ ਦੇ ਵਿੱਚ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਸੀ ਤੇ ਇਸ ਵਿਚਾਲੇ ਹਰਿਆਣਾ ਨੇ, ਦਿੱਲੀ ਨੇ ਤੇ ਚੰਡੀਗੜ੍ਹ ਨੇ ਤਾਂ ਪਟਾਕਿਆਂ ਤੇ ਬੈਨ ਕਰ ਦਿੱਤਾ। ਪਰ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਜਵਾਬ ਦੇ ਵਿੱਚ ਕਿਹਾ ਗਿਆ ਕਿ ਸੂਬੇ 'ਚ ਪਟਾਕਿਆਂ ਤੇ ਬੈਨ ਲਗਾਉਣ ਦੀ ਜ਼ਰੂਰਤ ਨਹੀਂ ਹੈ। ਅਕਤੂਬਰ ਮਹੀਨੇ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਸੀਮਤ ਰਿਹਾ। ਪਟਾਕੇ ਚਲਾਉਣ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ। ਦੀਵਾਲੀ ਤੇ ਗੁਰਪੁਰਬ ਦੇ ਮੌਕੇ ਉੱਤੇ, ਨਵੇਂ ਸਾਲ ਦੇ ਮੌਕੇ ਉੱਤੇ ਪਟਾਕਿਆਂ ਦੇ ਲਈ ਇਹ ਨਿਯਮ ਨੇ। ਦਿੱਲੀ, ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਪਟਾਕੇ ਬੈਨ ਕਰ ਦਿੱਤੇ ਗਏ ਨੇ ਕਿ ਨਹੀਂ ਚਲਾਏ ਜਾ ਸਕਣਗੇ, ਨਹੀਂ ਖਰੀਦੇ ਜਾਂ ਵੇਚੇ ਜਾ ਸਕਣਗੇ। ਐਨਜੀਟੀ ਨੇ ਪੰਜਾਬ ਸਣੇ 4 ਸੂਬਿਆਂ ਨੂੰ ਨੋਟਿਸ ਜਾਰੀ ਕੀਤਾ ਸੀ। ਪੰਜਾਬ ਸਰਕਾਰ ਦੇ ਜਵਾਬ ਤੋਂ ਬਾਅਦ ਐਨਜੀਟੀ ਨੇ ਫੈਸਲਾ ਸੁਰੱਖਿਅਤ ਰੱਖ ਲਿਆ। 9 ਨਵੰਬਰ ਯਾਨੀ ਕਿ ਸੋਮਵਾਰ ਨੂੰ ਆਪਣਾ ਫੈਸਲਾ ਐਨਜੀਟੀ ਦੇ ਵੱਲੋਂ ਸੁਣਾਇਆ ਜਾ ਸਕਦਾ ਹੈ। ਉਧਰ ਸੂਬੇ ਦੇ ਪਟਾਕਾ ਕਾਰੋਬਾਰੀਆਂ ਨੂੰ ਵੀ ਇਸ ਦੀਵਾਲੀ ਤੋਂ ਕਾਫੀ ਉਮੀਦਾਂ ਨੇ। ਕਰੋਨਾ ਕਰਕੇ ਸਾਰਾ ਕਾਰੋਬਾਰ ਠੱਪ ਪਿਆ ਸੀ, ਪਰ ਇਸ ਦੇ ਨਾਲ ਹੀ ਇਹਨਾਂ ਕਾਰੋਬਾਰੀਆਂ ਦੇ ਮਨ ਦੇ ਵਿੱਚ ਕਾਫੀ ਸ਼ੰਕੇ ਵੀ ਨੇ ਕਿਉਂਕਿ ਇਸ ਵਾਰ ਲੋਕਾਂ ਦੇ ਵਿੱਚ ਪਟਾਕਿਆਂ ਨੂੰ ਲੈ ਕੇ ਪਹਿਲਾਂ ਵਰਗਾ ਕ੍ਰੇਜ਼ ਨਜ਼ਰ ਨਹੀਂ ਆ ਰਿਹਾ। ਪਟਾਕਿਆਂ ਦੀ ਦੁਕਾਨਾਂ ਤਾਂ ਸੱਜ ਚੁੱਕੀਆਂ ਨੇ, ਪਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਸਟਾਲ ਘੱਟ ਲਗਾਏ ਗਏ ਨੇ। ਜਿਹੜੇ ਕਾਰੋਬਾਰੀ ਸਟਾਲ ਲਗਾ ਕੇ ਬੈਠੇ ਵੀ ਨੇ, ਉਹਨਾਂ ਦੇ ਮੱਥੇ ਤੇ ਵੀ ਚਿੰਤਾ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਨੇ। ਮੋਗਾ ਤੇ ਕੋਟਕਪੁਰਾ ਬਾਈਪਾਸ ਤੇ ਪਟਾਕਿਆਂ ਦੇ ਸਟਾਲ ਲਗਾ ਕੇ ਬੈਠੇ ਇਹਨਾਂ ਦੁਕਾਨਦਾਰਾਂ ਨੂੰ ਚਿੰਤਾ ਇਸ ਗੱਲ ਦੀ ਹੈ ਕਿ ਇਸ ਵਾਰ ਲੋਕ ਉਹਨਾਂ ਕੋਲੋਂ ਪਟਾਕੇ ਖਰੀਦਣ ਆਉਣਗੇ ਵੀ ਜਾਂ ਨਹੀਂ। ਪ੍ਰਦੂਸ਼ਣ ਦੀ ਵਜ੍ਹਾ ਕਰਕੇ ਪਹਿਲਾਂ ਹੀ ਪਟਾਕਿਆਂ ਨੂੰ ਲੈ ਕੇ ਪ੍ਰਸ਼ਾਸਨ ਕਾਫੀ ਸਖਤ ਹੈ। ਪਿਛਲੀ ਦੀਵਾਲੀ ਪਟਾਕੇ ਵੇਚਣ ਲਈ ਲਾਇਸੈਂਸ ਲਾਜ਼ਮੀ ਕੀਤਾ ਗਿਆ ਸੀ। ਸਟਾਲ ਲਗਾਉਣ ਦੀ ਇਜਾਜ਼ਤ ਵੀ ਸ਼ਹਿਰ ਤੋਂ ਬਾਹਰ ਦਿੱਤੀ ਗਈ ਸੀ, ਪਰ ਪਿਛਲੀ ਵਾਰ ਕਾਫੀ ਹੱਦ ਤੱਕ ਪਟਾਕਿਆਂ ਦੀ ਵਿਕਰੀ ਹੋ ਗਈ ਸੀ। ਪਰ ਇਸ ਵਾਰ ਕਾਰੋਬਾਰੀਆਂ ਦੇ ਮਨਾਂ ਵਿੱਚ ਕਾਫੀ ਸ਼ੰਕੇ ਨੇ। ਵਜ੍ਹਾ ਹੈ ਕਰੋਨਾ। ਖਦਸ਼ੇ ਜਤਾਏ ਜਾ ਰਹੇ ਨੇ ਕਿ ਕਰੋਨਾ ਕਾਲ ਵਿਚਾਲੇ ਪਟਾਕਿਆਂ ਦਾ ਧੂਆਂ ਮਰੀਜ਼ਾਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਅਜਿਹੇ ਵਿੱਚ ਲੋਕ ਇਸ ਵਾਰ ਪਟਾਕੇ ਖਰੀਦਣ ਦਾ ਰਿਸਕ ਲੈਣਗੇ ਜਾਂ ਨਹੀਂ, ਇਹ ਵੱਡਾ ਸਵਾਲ ਹੈ। ਉੱਪਰੋਂ ਕਰੋਨਾ ਕਾਰਨ ਲੋਕਾਂ ਤੇ ਇਸ ਵਾਰ ਕਾਫੀ ਆਰਥਿਕ ਬੋਝ ਵੀ ਪੈ ਚੁੱਕਿਆ ਹੈ। ਇਸ ਲਈ ਪਟਾਕੇ ਖਰੀਦਣ ਲਈ ਲੋਕ ਆਪਣੀ ਜੇਬ ਢਿੱਲੀ ਕਰਨਗੇ ਜਾਂ ਨਹੀਂ, ਕਾਰੋਬਾਰੀਆਂ ਨੂੰ ਇਸ ਗੱਲ ਦੀ ਵੀ ਚਿੰਤਾ ਸਤਾ ਰਹੀ ਹੈ। ਹਜੇ ਤੱਕ ਤਾਂ ਮੰਦਾ ਹੀ ਹੈ। ਉਮੀਦਾਂ ਤਾਂ 50% ਹੀ ਨੇ, ਔਰ ਬਾਕੀ ਆਉਣ ਵਾਲੇ ਟਾਈਮ ਦਾ ਕੁਝ ਨਹੀਂ ਪਤਾ। ਅੱਗੇ ਹੀ ਕਾਰੋਬਾਰ ਘਟ ਰਿਹਾ ਦੀਵਾਲੀ ਦੇ ਪਟਾਕਿਆਂ ਦਾ। ਲੋਕੀ ਜ਼ਿਆਦਾਤਰ ਪਟਾਕੇ ਨਹੀਂ ਚਲਾਉਂਦੇ। ਪਿਛਲੇ ਕਈ ਸਾਲਾਂ ਨਾਲੋਂ ਫਰਕ ਪੈ ਗਿਆ। ਲੋਕੀ ਜ਼ਿਆਦਾ ਕੱਪੜੇ ਦੀ ਖਰੀਦਦਾਰੀ ਕਰਦੇ ਨੇ ਜੋ ਸਦਾ ਹੀ ਵਰਤੋਂ ਵਿੱਚ ਆਉਂਦੇ ਨੇ। ਅਸੀਂ ਆਸਾਂ ਦੀਵਾਲੀ ਤੇ ਹੀ ਹੁੰਦੀਆਂ ਸਾਡੀਆਂ ਸਾਰੀਆਂ ਆਸਾਂ ਵੀ ਸਾਲ ਬਾਅਦ ਤਿਉਹਾਰ ਆਉਂਦਾ ਵੀ ਚਲੋ ਚੰਗਾ ਲੱਗ ਜੇ ਤੇ ਵਧੀਆ, ਸਾਰੀ ਪੇਮੈਂਟਾਂ ਹੋ ਜਾਂਦੀਆਂ। ਜਦੋਂ ਕਿ ਹਜੇ ਤੱਕ ਤਾਂ ਮਤਲਬ ਦੀਵਾਲੀ ਦਿਨ 10 ਦਿਨ ਪਏ ਆ, ਹਜੇ ਤੱਕ ਤਾਂ ਲੱਗ ਰਿਹਾ ਵੀ ਹਜੇ ਥੋੜ੍ਹਾ ਸਲੋ ਆ ਕੰਮ, ਕਿਉਂਕਿ ਹਜੇ ਲੋਕੀ ਕਈ ਡਰ ਤੋਂ ਨਹੀਂ ਆ ਰਹੇ, ਕਈ ਡਰਦੇ ਪੋਲਿਊਸ਼ਨ ਤੋਂ ਵੀ ਡਰਦੇ ਨੇ। ਬਟ ਸਾਨੂੰ ਉਮੀਦ ਹੈ ਕਿ ਇਸ ਸਾਲ ਦੀਵਾਲੀ ਵਧੀਆ ਜਾਏਗੀ। ਕੋਰੋਨਾ ਕਾਰਨ ਬਾਜ਼ਾਰਾਂ ਵਿੱਚ ਪਹਿਲਾਂ ਹੀ ਮੰਦੀ ਦਾ ਦੌਰ ਚੱਲ ਰਿਹਾ ਹੈ। ਦੀਵਾਲੀ ਤੋਂ ਕਾਰੋਬਾਰੀਆਂ ਨੂੰ ਕਾਫੀ ਉਮੀਦਾਂ ਨੇ, ਪਰ ਕਾਰੋਬਾਰੀਆਂ ਨੂੰ ਪਟਾਕਿਆਂ ਤੇ ਬੈਨ ਦਾ ਡਰ ਵੀ ਸਤਾ ਰਿਹਾ ਹੈ। ਪਠਾਨਕੋਟ ਤੋਂ ਦੀਪਕ ਸਿੰਗਲਾ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18। ਤਾਂ ਕਾਰੋਬਾਰੀ ਉਮੀਦ ਕਰ ਰਹੇ ਨੇ ਕਿ ਇਸ ਵਾਰ ਵਪਾਰ ਵਧੀਆ ਹੋਵੇ ਦੀਵਾਲੀ ਦੇ ਮੌਕੇ ਉੱਤੇ। ਪਰ ਸਵਾਲ ਇਹ ਵੀ ਹੈ ਕਿ ਜੇਕਰ ਬੈਨ ਲੱਗ ਗਿਆ ਜਾਂ ਐਨਜੀਟੀ ਨੇ ਬੈਨ ਲਗਾ ਦਿੱਤਾ ਤਾਂ ਫਿਰ ਕੀ ਹੋਏਗਾ। ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਪੰਜਾਬ ਦੇ ਵਿੱਚ ਫਰਜ਼ੀ ਏਜੰਟਾਂ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਨੇ। ਭਵਾਨੀਗੜ੍ਹ ਦੇ ਵਿੱਚ ਇੱਕ ਨੌਜਵਾਨ ਨੂੰ ਏਜੰਟਾਂ ਨੇ ਠੱਗ ਲਿਆ। ਨੌਜਵਾਨ ਦਾ ਕਹਿਣਾ ਹੈ ਨਾ ਤਾਂ ਉਸ ਨੂੰ ਵੀਜ਼ਾ ਮਿਲਿਆ ਤੇ ਨਾ ਪੈਸੇ ਮੁੜੇ। ਰਿਪੋਰਟ ਦੇਖੋ ਕੀ ਕੁਝ ਇਲਜ਼ਾਮ ਲੱਗ ਰਹੇ ਨੇ। ਪੰਜਾਬੀ ਨੌਜਵਾਨ ਆਏ ਦਿਨ ਨਕਲੀ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੁੰਦੇ ਨੇ। ਮਾਮਲਾ ਧੂਰੀ ਤੋਂ ਸਾਹਮਣੇ ਆਇਆ ਹੈ, ਜਿੱਥੇ ਟਰੈਵਲ ਏਜੰਟ ਨੇ ਨੌਜਵਾਨ ਨੂੰ 10 ਸਾਲ ਦਾ ਵਰਕ ਪਰਮਿਟ ਦਾ ਲਾਲਚ ਦੇ ਕੇ 1.5 ਲੱਖ ਰੁਪਏ ਠੱਗ ਲਏ। ਜਸਪ੍ਰੀਤ ਮਲੇਸ਼ੀਆ ਤਾਂ ਗਿਆ, ਪਰ ਉਸ ਨੂੰ ਪੱਕਾ ਵੀਜ਼ਾ ਨਹੀਂ ਮਿਲਿਆ, ਜਿਸ ਕਾਰਨ ਉਹ 4 ਸਾਲ ਲੁੱਕ ਕੇ ਹੀ ਰਿਹਾ।
ਨੌਜਵਾਨ ਨੇ ਪੁਲਿਸ ਨੂੰ ਵੀ ਘਰ ਵਾਪਸ ਜਾਣ ਦੀ ਗੁਹਾਰ ਲਗਾਈ, ਪਰ ਕਿਸੇ ਨੇ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ। ਘਰ ਦੀ ਮਜਬੂਰੀ ਸੀ ਤਾਂ ਗਏ ਸੀਗੇ, ਕੰਮ ਕਰਨ ਗਏ ਸੀਗੇ, ਉੱਥੇ ਜਾ ਕੇ ਬਿਮਾਰ ਹੋ ਗਿਆ ਮੈਂ, ਵਰਕ ਪਰਮਿਟ ਵੀ ਨਹੀਂ ਰੀਨਿਊ ਹੋਇਆ। ਕਿੰਨੇ ਸਾਲ ਲਾਏ ਉੱਥੇ? 14 ਸਾਲ ਜੀ। ਪਹਿਲਾਂ 10 ਸਾਲ ਵਰਕ ਪਰਮਿਟ ਦੇ ਰਿਹਾ, 4 ਸਾਲ ਮੈਂ 2 ਨੰਬਰ 'ਚ ਰਿਹਾਂਗਾ। ਇਹਦੇ ਹੋਰ ਤਾਂ ਮੈਂ ਉੱਥੋਂ ਜਦੋਂ ਬਿਮਾਰ ਹੋਇਆ ਮੈਂ ਉੱਥੇ ਪੁਲਿਸ ਰਿਪੋਰਟ ਵੀ ਕਰਾਈ ਵੀ ਮੈਂ ਜਾਣਾ ਵਾਪਸ, ਉਹ ਕਹਿੰਦੇ ਨਹੀਂ ਜਾ ਸਕਦਾ ਵੀ ਕਰੋਨਾ ਕਰਕੇ। ਉਸ ਤੋਂ ਬਾਅਦ ਮੈਂ ਜਿਹੜੇ ਸਿੱਖ ਫੈਡਰੇਸ਼ਨ ਵਾਲੇ ਆ ਉੱਥੇ ਮਲੇਸ਼ੀਆ 'ਚ ਇੱਕ ਬੋਲ ਢੋਲੀ ਹੈਗਾ, ਉਹਨਾਂ ਕੋਲੇ ਵੀ ਗਿਆ, ਉਹਨਾਂ ਨੇ ਵੀ ਕੋਈ ਮਦਦ ਨਹੀਂ ਕੀਤੀ ਮੇਰੀ। ਜਸਪ੍ਰੀਤ ਨੇ ਆਪਣੇ ਦੋਸਤਾਂ ਦੇ ਨਾਲ ਸੰਪਰਕ ਕਰ ਦੇਸ਼ ਵਾਪਸੀ ਲਈ ਬੇਨਤੀ ਕੀਤੀ, ਜਿਨ੍ਹਾਂ ਨੇ ਉਸ ਦਾ ਸੰਪਰਕ ਆਮ ਆਦਮੀ ਪਾਰਟੀ ਦੇ ਨੇਤਾ ਸੰਦੀਪ ਨਾਲ ਕਰਵਾਇਆ। ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਦੀ ਕੋਸ਼ਿਸ਼ ਸਦਕਾ ਜਸਪ੍ਰੀਤ ਅੱਜ ਵਤਨ ਵਾਪਸ ਆ ਸਕਿਆ। ਬਹੁਤ ਵੱਡੀ ਤਰਾਸਦੀ ਹੈ ਜੋ ਅੱਜ ਆਪਣੇ ਸਾਹਮਣੇ ਹੈ। ਇਹ ਇਕੱਲੇ ਜਸਪ੍ਰੀਤ ਦੀ ਗੱਲ ਨਹੀਂ, ਪੰਜਾਬ ਦੇ ਸੈਂਕੜਾ ਹਜ਼ਾਰਾਂ ਐਸੇ ਨੌਜਵਾਨ ਨੇ ਜਿਹੜੇ ਵਿਦੇਸ਼ਾਂ ਦੀ ਧਰਤੀ ਤੇ ਜਾਂਦੇ ਨੇ, ਆਪਣਾ ਰੋਜ਼ਗਾਰ ਦਾ ਸਾਧਨ ਦੀ ਤਲਾਸ਼ ਕਰਦੇ ਨੇ, ਆਪਣੇ ਪਰਿਵਾਰਾਂ ਨੂੰ ਛੱਡ ਕੇ ਏਜੰਟਾਂ ਦੇ ਧੱਕੇ ਚੜ੍ਹ ਕੇ ਮਜਬੂਰੀ ਵਾਸ ਇੱਥੋਂ ਜਾਂਦੇ ਨੇ। ਜੇ ਸਰਕਾਰਾਂ ਇੱਥੇ ਰੋਜ਼ਗਾਰ ਦੇ ਇੰਤਜ਼ਾਮ ਕਰਨ, ਜੇ ਸਰਕਾਰਾਂ ਇੱਥੇ ਨੌਕਰੀਆਂ ਦੇ ਇੰਤਜ਼ਾਮ ਕਰਨ ਤਾਂ ਅੱਜ ਜੋ ਆਪਾਂ ਜਿਹੜੇ ਹਾਲਾਤਾਂ ਦੇ ਵਿੱਚ ਸਾਡੇ ਨੌਜਵਾਨ ਲੰਘ ਰਹੇ ਨੇ ਇਹਦੀ ਜ਼ਰੂਰਤ ਨਾ ਪਵੇ। ਨੌਜਵਾਨਾਂ ਦਾ ਧੜਾਧੜ ਬਾਹਰ ਜਾਣ ਪਿੱਛੇ ਵੱਡਾ ਕਾਰਨ ਬੇਰੁਜ਼ਗਾਰੀ ਹੈ। ਜੇਕਰ ਸਰਕਾਰ ਇੱਥੇ ਹੀ ਰੋਜ਼ਗਾਰ ਮੁਹੱਈਆ ਕਰਵਾ ਦੇਵੇ ਤਾਂ ਕਈ ਨੌਜਵਾਨ ਇਹੋ ਜਿਹੇ ਧੋਖੇ ਦੇ ਸ਼ਿਕਾਰ ਹੋਣ ਤੋਂ ਬਚ ਜਾਣਗੇ। ਭਵਾਨੀਗੜ੍ਹ ਤੋਂ ਰਵੀ ਆਜ਼ਾਦ, ਨਿਊਜ਼ 18।